ਸੁਤੰਤਰ ਸੋਚ ਜਿਹੜੀ ਆ ਸਿੱਖ ਨੂੰ ਦਿੱਤੀ ਗਈ ਆ। ਭਾਈ ਗੁਰਦਾਸ ਜੀ ਕਹਿੰਦੇ ਆ ਕਿ ਰਾਤੀ ਕੀਰਤ ਸੋਹਿਲਾ ਕਰ ਆਰਤੀ, ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸ਼ਾਦ ਵਰਤੰਦੇ। ਸਿੱਖ ਦਾ ਡਿਸਪਲਿਨ ਦੱਸਿਆ ਸੀ ਕਿ ਜਿਹੜੇ ਸਿੱਖ ਸੀ ਉਹ ਆਰਤੀ ਕਰਕੇ, ਆਰਤੀ ਉਹ ਨਹੀਂ, ਫਿਰ ਉਹੀ ਮਤਲਬ ਹੈਗਾ ਕਿ ਆਰਤੀ ਦਾ ਜਿਹੜਾ ਸ਼ਬਦ ਆ ਇਹਨੂੰ ਤਾਂ ਕਰਕੇ ਆਰਤੀ ਦਾ ਸ਼ਬਦ ਵੀ ਕਹਿ ਦਿੰਦੇ ਆ ਵੀ ਜਿਹੜਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਣੇ ਵਾਲਾ ਸ਼ਬਦ ਅਸੀਂ ਪੜ੍ਹਦੇ ਹਾਂ, ਤੇ ਇਹਦੇ ਨਾਲ ਹੀ ਸਿੱਖਾਂ ਨੇ ਹੁਣ ਆਰਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਆਰਤੀ ਤੋਂ ਭਾਵ ਹਰਗਿਜ਼ ਨਹੀਂ ਹੈਗਾ, ਸਾਨੂੰ ਉਸ ਆਰਤੀ ਨੂੰ ਵਿਛੇੜਿਆ ਗਿਆ। ਇਸ ਬਾਣੀ ਦਾ ਜਿਹੜਾ ਵਿਸ਼ਾ ਵਸਤੂ ਆ ਉਹ ਹੈਗਾ, ਅਸੀਂ ਕਿਉਂਕਿ ਇੱਕ ਸਿਲੇਬਸ ਦੇ ਤੌਰ ਤੇ ਕਰ ਰਹੇ ਹਾਂ। ਪਹਿਲਾ ਵਿਸ਼ਾ ਹੈਗਾ ਇਹ ਵਿਛੋੜੇ ਤੋਂ ਮਿਲਾਪ ਦਾ ਗੀਤ ਆ, ਸੁਹਾਗ ਦਾ ਗੀਤ ਆ। ਗੀਤ ਸ਼ਬਦ ਮੂੰਹ ਚੜਿਆ ਅਸੀਂ ਕਹਿ ਰਹੇ ਹਾਂ, ਇਹ ਮਿਲਾਪ ਦੀ ਬਾਣੀ ਆ। ਮਿਲਾਪ ਦੀ ਬਾਣੀ ਆ ਜਿਹੜੀ ਕਿ ਸਾਨੂੰ ਪ੍ਰਭੂ ਪਰਮਾਤਮਾ ਦੇ ਨਾਲੋਂ ਵਿਛੜੇ ਹੋਏ ਆ, ਤੇ ਵਿਛੜੇ ਹੋਣ ਕਰਕੇ ਅਸੀਂ ਇੱਕ ਦਿਨ ਪਰਮਾਤਮਾ ਨੂੰ ਮਿਲਣਾ ਲੋਚਦੇ ਹਾਂ। ਕਿਉਂਕਿ ਅਸੀਂ ਰਹਿਰਾਸ ਦੇ ਵਿੱਚ ਵੀ ਪੜ੍ਹਦੇ ਹਾਂ ਨਾ, ਭਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਤੇ ਉਸ ਵੇਲੇ ਵੀ ਇਹੀ ਸਾਡਾ ਮੰਤਵ ਹੁੰਦਾ। ਤੇ ਅਸੀਂ ਉਸ ਵਿਛੋੜੇ ਦੇ ਦਰਦ ਨੂੰ ਘਟਾਉਣ ਲਈ ਇਹ ਬਾਣੀ ਦਾ ਪਾਠ ਕਰਦੇ ਹਾਂ। ਇਸ ਬਾਣੀ ਦੇ ਵਿੱਚ ਜਿਹੜੀ ਕੁਦਰਤ ਦੀ ਵਿਸ਼ਾਲਤਾ ਉਹਨੂੰ ਬੜਾ ਭਾਵਪੂਰਤ ਢੰਗ ਦੇ ਨਾਲ ਬਿਆਨਿਆ ਗਿਆ। ਕੁਦਰਤ ਦੀ ਵਿਸ਼ਾਲਤਾ ਤੇ ਕੁਦਰਤ ਦੇ ਡਿਸਪਲਿਨ ਨੂੰ, ਜਿਵੇਂ ਆਸਾ ਦੀ ਵਾਰ ਦੇ ਵਿੱਚ ਅਸੀਂ ਪੜ੍ਹਦੇ ਹਾਂ ਨਾ, ਇੱਕ ਸ਼ਲੋਕ ਪੜ੍ਹਦੇ ਹਾਂ, ਭੈ ਵਿੱਚ ਪਵਨ ਵਹੇ, ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਸਾਰਾ ਕੁਝ ਕਹਿ ਕੇ ਕਿ ਹਰ ਚੀਜ਼ ਜਿਹੜੀ ਕੁਦਰਤੀ ਆ ਉਹ ਇੱਕ ਡਿਸਪਲਿਨ ਦੇ ਵਿੱਚ ਆ, ਇੱਕ ਨੇਮ ਦੇ ਵਿੱਚ ਆ। ਤੇ ਸੋਹਲੇ ਬਾਣੀ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕੁਦਰਤੀ ਵਿਸ਼ਾਲਤਾ, ਬ੍ਰਹਿਮੰਡੀ ਵਿਸ਼ਾਲਤਾ ਤੇ ਬ੍ਰਹਿਮੰਡੀ ਨਿਯਮ ਜਿਹੜੇ ਨੇ ਉਹ ਕਿਵੇਂ ਲਾਗੂ ਨੇ, ਉਹਨਾਂ ਬ੍ਰਹਿਮੰਡੀ ਨਿਯਮਾਂ ਨੂੰ ਅਸੀਂ ਆਪਣੇ ਤੇ ਲਾਗੂ ਕਰਨਾ। ਫਿਰ ਜਿਹੜਾ ਅਸੀਂ ਇਹ ਕਹਿੰਦੇ ਆ ਕਿ ਸਾਡੇ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਭਾਰੂ ਨੇ, ਹਰ ਪੱਖ ਤੋਂ ਇਹਨਾਂ ਨੂੰ ਅਸੀਂ ਵੈਰੀ ਮੰਨਦੇ ਹਾਂ ਤੇ ਇਹਨਾਂ ਤੋਂ ਬਚਣ ਦੀ ਨਸੀਹਤ ਕੀਤੀ ਗਈ ਆ। ਸਿੱਖ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਸੰਜਮ 'ਚ ਰੱਖਣਾ, ਇਹਨਾਂ ਨੂੰ ਕੰਟਰੋਲ 'ਚ ਰੱਖਣਾ, ਡਿਸਪਲਿਨ 'ਚ ਰੱਖਣਾ, ਨਿਯਮ 'ਚ ਲਿਆਉਣਾ। ਤੇ ਨੇਮ 'ਚ ਲਿਆਉਣ ਦੇ ਲਈ ਸਾਨੂੰ ਜਿਹੜਾ ਵਿਧਾਨ ਦਿੱਤਾ ਉਹ ਗ੍ਰਸਥ ਦਾ ਮਾਰਗ ਦਿੱਤਾ। ਗ੍ਰਸਥ ਦੇ ਮਾਰਗ ਦੇ ਵਿੱਚ ਜਿਹੜੇ 5 ਵਿਕਾਰ ਨੇ ਉਹ ਵੀ ਕਾਬੂ ਆ ਜਾਂਦੇ ਨੇ। ਤੇ ਫਿਰ ਜਦੋਂ ਇਹ ਵਿਕਾਰ ਕਾਬੂ ਆ ਜਾਂਦੇ ਆ, ਫਿਰ ਅਸੀਂ ਕਹਿੰਦੇ ਆ ਕਿ ਕਾਮ ਕ੍ਰੋਧ ਦੋਏ ਕਰੋ ਵਿਸੋਲੇ, ਗੋਡੋ ਧਰਤੀ ਭਾਈ। ਇਸ ਜੀਵਨ ਨੂੰ ਖੁਸ਼ਹਾਲ ਬਣਾਉਣ ਦੇ ਲਈ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਵੀ ਕੰਮ ਲੈ ਸਕਦੇ ਹਾਂ। ਇਹਨਾਂ ਨੂੰ ਵੀ ਚੰਗੇ ਪਾਸੇ, ਉਸਾਰੂ ਪਾਸੇ ਲਾ ਕੇ ਉਸਾਰੂ ਸੇਧ ਦੇ ਸਕਦੇ ਹਾਂ। ਫਿਰ ਲਾਸਟ ਦੇ ਵਿੱਚ ਆ ਕਿ ਇਸ ਬਾਣੀ ਦੇ ਵਿੱਚ ਸਾਨੂੰ ਸਮੇਂ ਦੀ ਕਦਰ ਕਰਨ ਦਾ ਸੰਕੇਤ ਕੀਤਾ ਗਿਆ ਕਿ ਸਾਨੂੰ ਸਮੇਂ ਦੇ ਪਾਬੰਦ, ਸਮੇਂ ਦੀ ਵਿਚਾਰ, ਸਮੇਂ ਅਨੁਸਾਰ ਜੀਵਨ ਜਿਉਣ ਦੀ ਕਿਵੇਂ ਜਾਚ ਸਿਖਾਈ ਗਈ ਆ, ਉਹ ਇਸ ਬਾਣੀ ਦੇ ਵਿੱਚ ਦੱਸਿਆ ਗਿਆ। ਇਸ ਬਾਣੀ ਦੇ ਵਿੱਚ ਇੱਕ ਗੱਲ ਕਹੀ ਗਈ ਆ ਕਿ ਪ੍ਰਭੂ ਪਰਮਾਤਮਾ ਜਿਹੜਾ ਵਾ ਉਹ ਨਿਰਭਉ ਆ, ਨਿਰਵੈਰ ਆ। ਤੇ ਉਸ ਨਿਰਭਉ ਨਿਰਵੈਰ ਦੇ ਨਾਲ ਜੇ ਤੁਸੀਂ ਜੁੜ ਜਾਓਗੇ ਤੇ ਤੁਸੀਂ ਵੀ ਸੰਸਾਰਕ ਡਰਾਂ ਤੋਂ, ਸੰਸਾਰਕ ਗਮਾਂ ਤੋਂ, ਸੰਸਾਰਕ ਪਰੇਸ਼ਾਨੀਆਂ ਤੋਂ ਸੁਤੰਤਰਤਾ ਪਾ ਸਕਦੇ ਹੋ। ਇੱਕ ਸੋਹਿਲੇ ਬਾਣੀ ਨੂੰ ਇਹ ਵੀ ਕਿਹਾ ਗਿਆ ਕਿ ਸੋਹਿਲਾ ਪ੍ਰਕਾਸ਼ਮਈ ਬਾਣੀ ਹੈ। ਸਾਨੂੰ ਇਹ ਗਿਆਨਮਈ ਬਾਣੀ ਆ ਜਿਹੜੀ ਗਿਆਨ ਬਖਸ਼ਿਸ਼ ਕਰਦੀ ਆ, ਤੇ ਉਹ ਗਿਆਨ ਦੇ ਆਸਰੇ ਅਸੀਂ ਅੱਗੇ ਚੱਲ ਸਕਦੇ ਹਾਂ। ਹੁਣ ਜਿਹੜੇ ਇਹ 5 ਸ਼ਬਦ ਨੇ ਸੋਹਿਲੇ ਬਾਣੀ ਦੇ, ਉਹਨਾਂ 5 ਸ਼ਬਦਾਂ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਜਿਵੇਂ ਸੂਰਜ ਹੋਂਦਾ ਹੈ ਤੇ ਉਹਦੇ ਵਰਤਾਰੇ ਦੇ ਨਾਲ ਸੂਰਜ ਦੀ ਹੋਂਦ ਕਰਕੇ ਇਹ ਰੁੱਤਾਂ ਬਣਦੀਆਂ ਨੇ, ਸਮੇਂ ਦੀ ਵੰਡ ਹੁੰਦੀ ਆ, 12 ਮਹੀਨਿਆਂ ਦੀ ਵੰਡ, ਹਫ਼ਤਿਆਂ ਦੀ ਵੰਡ, ਰੁੱਤਾਂ ਦੀ ਵੰਡ, ਦਿਨਾਂ ਦੀ ਵੰਡ, ਦਿਨਾਂ ਨੂੰ ਫਿਰ ਘੰਟਿਆਂ 'ਚ ਵੰਡਿਆ, ਘੜੀਆਂ ਪਲਾਂ ਚੱਸਿਆਂ 'ਚ ਵੰਡਿਆ। ਇਹ ਵੰਡ ਕਰਕੇ ਸਾਨੂੰ ਇੱਕ ਇੱਕ ਪਲ ਨੂੰ ਸਾਰਥਕ ਕਰਨ ਦਾ ਉਪਦੇਸ਼ ਦ੍ਰਿੜ ਕਰਵਾਇਆ ਗਿਆ। ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਜਿਹੜੀ ਆ ਇਹਦਾ ਮੂਲ ਮੰਤਵ ਆ। ਤੇ
सोहले बाणी दे विच असीं जिहड़ी आ अकाल पुरख की सिफत सलाह करके दूसरे शब्द दे विच ते अकाल पुरख नाल भेद होण दा यतन करदे हां। जिहड़ी परमात्मा की रचना ना तीसरे शब्द दे विच ये दस्सिया गया कि ये रचना जिहड़ी आ जिवें असीं बाणियां नूं दूजियां बाणियां दे नाल जोड़ के पढ़ांगे तो सानूं समझ छेती आ सकदी है। जिवें बाणी आसा की वार दे विच आ जांदी है ना पंक्ति, सच्चे तेरे खंड सच्चे ब्रह्मंड सच्चे तेरे लोह सच्चे आकार, कि परमात्मा की रचना भी सच्ची आ। ते जिहड़ी ये ब्रह्मंडी रचना वा ये सानूं स्वरूप दे विच सकारात्मक रूप दे विच जिहड़ी प्रगट हो रही आ, सूरज चंद तारे जिहड़े ने ये सामने प्रगट हुंदे ने, पर परमात्मा जिहड़ा वो निरंकार रूप आ, वो जोत रूप आ। उस जोत रूप की जिहड़ी आ वो हर जीव दे विच उहदी होंद सर्व व्यापक आ, वो हर थां ते विद्यमान आ। उस दी होंद नूं मनना, उस दी होंद नूं स्वीकारना ते उस दी होंद नूं अनुभव करना ही नाम जपना है। उहदी होंद नूं हर थां ते मन लेना परमात्मा दा नाम है। फिर जड़ियाँ काम क्रोध लोभ हंकार ते हउमे वर्गियां शक्तियां ने, इन्हां नूं सेवक बना के किवें असीं सार्थक पासे ला सकते हैं। अखीर दे विच आखिरी शब्द दे विच सानूं ये दस्सिया गया कि ये जिहड़ा समा ना तेरा वो संत टहल दा वा, टहल सेवा करन दा वा। टहल सेवा किहदी करनी आ ये फिर सानूं सोचना पएगा, विचारना पएगा। सेवा का भाव हुंदा है कि वो काम करना जिस दे करन दे नाल जिस दे इवज दे विच तुसीं कुछ लैंदे नहीं, वो काम करना जिहदा तुसीं वेतनमान नहीं प्राप्त करदे, वो सेवा कहलाउंदी आ। ते सेवा वो परोपकारी कही जाती है कि जिहड़ी सरबत दे भले लई होवे। सेवा भी आम आदमी नहीं कर सकता। सेवा का जिहड़ा उत्तम रूप आ, सब तो उत्तम रूप आ, गुरबाणी च दस्सिया गया कि गुर की सेवा शब्द विचार। गुरु की सेवा केड़ी सब तो उत्तम सेवा केड़ी आ? शब्द दी विचार, बाणी दी विचार करनी, बाणी दी विचार करके उस ते अमल करन दा यतन करना सब तो वधिया सेवा वा। हुण इन्हां जिहड़ा समा साडे कोल बाकी आ ਉਹਦੇ ਵਿੱਚ ਇਹ ਜਿਹੜੇ 5 शब्द ने, ਇਹਨਾਂ ਵਿੱਚ ਸਾਨੂੰ जो दस्सिया गया ਉਹਦਾ संखेप ਦੇ ਵਿੱਚ ਅਸੀਂ ਬਰੀਫ ਦੇ ਵਿੱਚ ਗੱਲ ਕਰ ਸਕਦੇ ਹਾਂ। डिटेल ਦੇ ਵਿੱਚ ਕਰਨ ਦੇ ਲਈ ਸਾਨੂੰ ਬਹੁਤ ਸਮੇਂ ਦੀ ਲੋੜ ਆ। ਰਾਗ ਗੌੜੀ ਦੀਪਕੀ ਮਹਿਲਾ ਪਹਿਲਾ ਇੱਕ ਓंकार सतगुर प्रसाद। ਇਹ शब्द ਜਿਹੜਾ ਵਾ ਤੁਹਾਨੂੰ ਸਾਰਿਆਂ ਨੂੰ याद है। जयकर कीर्त आखिए करते का होए विचारो, तित कर गावो सोहला सिगरो सिरजण भावे आ कि परमात्मा की सिफत सलाह करो। उस घर दे विच, उस दर ते, उस हिरदे दे विच जिहड़ा परमात्मा तित कर गावो सोहला सिगरो सिरजण हारो, जिहड़ा सिरजणहार है, जिहड़ा सारी सृष्टि का करता धरता, किसी बंदे की सिफत सलाह ना कहो। तुम गावो मेरे निरभौ का सोहला। किहदा सोहला गाउणा? सुहाग दा गीत गाउणा, खुशी दा गीत गाउणा। सोहला गाउणा वा, पर गाउणा किसी मनुख दा नहीं, व्यक्ति दा नहीं, साध दा नहीं, संत दा नहीं, किसी शख्सियत दा नहीं, केवल ते केवल निरभौ दा सोहला गाउणा वा। वो निरभौ कौन हो सकदा? केवल अकाल पुरख वाहिगुरू। निरभौ जपै सगल भौ मिटै। निरभौ नूं जे जपोगे तो सारे भै जिहड़े आ तुहाडे मिट सकदे ने। हऊँ वारी जित सोहले सदा सुख होए रहाओ, नित नित जीड़े संभालियन देखेगा देवनहार। तेरे दाने कीमत ना पवे तिस दाते कमन सुमार। तिस दाते कीमत ना पवे। दाते का भाव है दात देण वाला। दात कौन दे सकता वा? जिहड़ा मालक होवे। असीं तो नहीं दात दे सकते, असीं तो भिखारी हाँ। जिहड़ा आप भिखारी आ, सिख तां नित अरदास दे विच 7 तरह के दान आप मंगदा वा। सिखां नूं सिक्खी दान, केस दान, रहत दान, विवेक दान, विसाह दान, भरोसा दान, फिर कहंदा दाना सिर दान, नाम दान। ते जिहड़ा आप मंगता वो किसी नूं की दे सकदा? पर अज असीं एक हौमे दे विच आप ही दतार बणी जा रहे हैं। असीं दान दे के फट्टियां लखवाउने आ, पत्थरां ते लिख दिंदे आ कि असीं बहुत वड्डे दाते बन गए आ। दाते नहीं बनते, उस दतार दे शरीक बन जाते हैं। उस दाते दे शरीक नहीं बनना।
केवल तो केवल ਉਹਦੇ ਪਾਸੋਂ ਦਾਤ ਮੰਗ ਕੇ ਉਹਦਾ ਸ਼ੁਕਰ ਕਰਨਾ, ਉਹਦਾ ਸ਼ੁਕਰਾਨਾ ਕਰਨਾ। ਸ਼ੁਕਰ ਕਰਨ ਦਾ ਵੀ ਢੰਗ ਇਹ ਹੀ ਆ ਕਿ ਉਹਦੀ ਸਿਫਤ ਸਲਾਹ ਜਿਹੜੀ ਆ ਕੀਤੀ ਜਾਵੇ। ਫਿਰ ਇਹਦੇ ਵਿੱਚ ਹੀ ਤਿਤ ਕਰ ਗਾਵੋ ਸੋਇਲਾ ਸਿਵਰਿਓ ਸਿਰਜਣਹਾਰੋ ਤਿਸ तेरे दाने कीमत ना पवे तिस दाते कमन सुमार संबत साह लिखिया मिलकर पाओ तेल दियो सज्जन सीसड़ियाँ जो होवे साहब स्यों मेल। ये प्रतीक रूप दे विच आ कि जदों बच्ची दा विआह दे दिंदे आ ते ओहदा तेल दी रस्म करदे आ, ओहदा साहा मिल दिंदे आ, साल जिहड़ा वा समा जिहड़ा निश्चित कर दिंदे आ कि इस तरीक नूं साडी बच्ची दा जिहड़ा वा आनंद कारज होवेगा। फिर उहनूं तेल दी रस्म ਕੀਤੀ ਜਾਂਦੀ ਆ। ਤੇਲ ਦੀ ਰਸਮ ਕਰਨ ਦਾ ਲੱਗਿਆਂ ਨਾਲ ਨੂੰ ਸੀਸਾਂ ਦੇ ਰੂਪ ਵਿੱਚ ਸੁਹਾਗ ਦੇ ਗੀਤ ਗਾਏ ਜਾਂਦੇ ਆ। ਪਰ ਇੱਥੇ ਜਿਹੜਾ ਵਾ ਉਹ ਸਾਹਾ ਲਿਖਣ ਤੋਂ ਭਾਵ ਆ ਕਿ ਜਦੋਂ ਜੀਵ ਸੰਸਾਰ ਤੇ ਆਇਆ, ਜਦੋਂ ਅਸੀਂ ਇਸ ਸੰਸਾਰ ਤੇ ਆਏ, ਸਾਡਾ ਜਿਹੜਾ ਮੌਤ ਦਾ ਦਿਨ ਸੀ ਉਹ ਵੀ ਨਾਲ ਹੀ ਲਿਖ ਦਿੱਤਾ ਗਿਆ। ਮਰਨ ਲਿਖਾਏ ਮੰਡਲ ਮੈਂ ਆਏ, ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ। फिर असी इस संसार ते आने आ, संबत साहा लिखिया मिल कर पावो तेल दियो सज्जन सीसड़ियाँ ज्यों होवे साहिब स्यों मेल। जदों उस मालक नाल मेल की गल चले फिर सीसां दियो, सिफत सलाह करो कि उस दे मिलाप की गल चल रही है। फिर कहंदे घर घर एहो पहुंचा सदड़े नित पवन सदन हारा सिमरिए नानक से दे आवन कि वो दिन साडा आ रहा, नित सानू सदे आ रहे हैं। विआहां दे भी सदे आउंदे आ ते नाल नाल मौत दे भी सदे आ रहे हैं। सानू मौत दे रूप दे विच जिहड़े सदे आउणे आ ਉਹਦੇ ਵੇਲੇ भी सानू तैयार रहना चाहिए। सिख नूं जिथे जीवन जाच दसी आ उत्थे मरण की ट्रेनिंग भी दिती आ। असल च जीवन की जिहड़ी संपूर्णता वा, जीवन जिहड़ा ना जीवन वो जन्म ते मौत दे दरम्यान दे समय नूं कहा जांदा। जे मौत ना होवे तां जीवन की संपूर्णता नहीं हुंदी। असीं तां करके गुरमत दे विच शब्द वरतदे हां कि बंदा चढ़ाई कर गया, अकाल चलाना कर गया। भावे की आ कि वो अकाल पुरख दे नाल अभेद हो गया, चढ़ाई कर गया। नैगेटिव शब्द नहीं, पॉजिटिव शब्द आ कि साडी शब्दावली दे विच भी नैगेटिविटी ना आवे, असीं डीमोरलाइज ना होइए, साडी विल पावर जिहड़ी आ वो वधे, अपग्रेड ही होवे। फिर अगला शब्द है राग आसा महला पहला। पहला जिहड़ा शब्द सी राग गौड़ी दीपकी, गौड़ी राग आ। फिर उहदी अगे वंड आ दीपकी दी, उहदे विच सी दूजा राग राग आसा महला पहला दा वा गुरु नानक साहब जी दा छे कर छे गुर छे उपदेश गुर गुर एको वेस अनेक। इत्थे गुरु साहब जी ने प्रतीक वरत के कि जिहड़े हिंदुआं दे छे जिहड़े विशेष दसे गए सी, शास्त्र दसे गए सी, उन्हां नूं आरंभ करन वाले, उन्हां दी पालना करन वाले वो भावें छे मन्ने गए ने, पर अखीर दे विच जिहड़ा तत्त सारिया वो दिता छे कर छे गुर छे उपदेश गुर गुर एको वेस अनेक। कि साडे वेस रंग रूप आकार वख वख ने पर साडे सारियां च जोत एक ही है। बाबा जयकर करते कीरत होए सोकर राख वडाई तोए विसया चस्या कड़ियाँ पैरां थित्ती वारी मोह होआ सूरज एको रुत अनेक नानक करते के केते वेस। कि नानक कह रहा कि करते दे किन्ने वेस ने। समय की जिहड़ी इत्थे वंड कीती आ वो बहुत मन्यूटली की गई है। जदों असीं हुण अजकल के युग दे विच पढ़दे आ ना कि साइंस ने मिनटां नूं सकेंटां तो भी बाद जिहड़ी आ वो फ्रिक्शन दे विच बहुत मन्यूटली असीं मैयर कर सकते हैं। इत्थे भी जिहड़ा विसया चस्या कड़ियाँ पैरां इस समय की वंड जिहड़ी सी वो हैगी सी कि दिन नूं 8 पैरां दे विच वंडिया, फिर घड़ियां दे विच वंडिया, घड़ियां नूं पलां दे विच, पलां नूं चस्यां नूं, फिर विसयां नूं। अख की फोर की गिनती नाल, अख के झमकण दे नाल ये गिनती आरंभ हुंदी सी ते घड़ियां दिनां ते पहुँच जाती सी। पर गुरु जी कहते हैं सूरज एको रुत अनेक नानक करते के केते वेस। सूरज एक ही आ, करता पुरख वाहिगुरू एक ही आ, ते ओहदी सिफत सलाह सानू करनी चाहिए है। राग धनासरी महला पहला ये जिहड़ा शब्द आ ये बहुत महत्वपूर्ण है।
ਡਾਕਟਰ ਰਵਿੰਦਰਨਾਥ ਟੈਗੋਰ ਨੂੰ ਕਿਸੇ ਕਿਹਾ ਸੀ ਕਿ ਤੁਸੀਂ ਭਾਰਤ ਦਾ ਰਾਸ਼ਟਰੀ ਗੀਤ ਲਿਖਿਆ ਤੇ ਜੇ ਵਿਸ਼ਵ ਦੀ ਸਰਕਾਰ ਬਣਨੀ ਹੋਵੇ ਤੇ ਤੁਸੀਂ ਵਿਸ਼ਵ ਦਾ ਕੋਈ ਗੀਤ, ਰਾਸ਼ਟਰੀ ਗੀਤ ਕਿਉਂ ਨਹੀਂ ਲਿਖ ਦਿੰਦੇ। ਉਹ ਕਹਿੰਦਾ ਇਹ ਬਹੁਤ ਸਮਾਂ ਪਹਿਲਾਂ, ਮੇਰੇ ਤੋਂ ਬਹੁਤ ਸਮਾਂ ਪਹਿਲਾਂ ਵਿਸ਼ਵ ਦੀ ਸਰਕਾਰ ਦਾ ਬ੍ਰਹਿਮੰਡੀ ਗੀਤ, ਵਿਸ਼ਵ ਦਾ ਵੀ ਨਹੀਂ ਬ੍ਰਹਿਮੰਡ ਦਾ ਗੀਤ ਜਿਹੜਾ ਸੀ ਉਹ ਆਦਿ ਗੁਰੂ ਨਾਨਕ ਸਾਹਿਬ ਲਿਖ ਗਏ ਨੇ। ਮੇਰੀ ਪਹੁੰਚ ਉੱਥੋਂ ਤੱਕ ਨਹੀਂ ਪਹੁੰਚ ਸਕਦੀ। ਇਹ ਸ਼ਬਦ ਦੇ ਵਿੱਚ ਆਮ ਕਰਕੇ ਕਿਹਾ ਜਾਂਦਾ ਕਿ ਜਗਨਨਾਥਪੁਰੀ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ। ਜਗਨਨਾਥ ਦੀ ਧਰਤੀ ਤੇ, ਜਗਨਨਾਥਪੁਰੀ ਦੇ ਵਿੱਚ, ਜਗਨਨਾਥ ਦਾ ਭਾਵ ਹੈ ਜਗਤ ਦਾ ਨਾਥ। ਨਾਥ ਦਾ ਅਰਥ ਹੁੰਦਾ ਜੁੜਿਆ ਹੋਇਆ, ਜਿਸ ਨੇ ਜਗਤ ਦੀ ਸ੍ਰਿਸ਼ਟੀ ਸਾਜਨਾ ਕੀਤੀ ਹੋਵੇ। ਉਹਦੀ ਇੱਕ ਮੂਰਤੀ ਬਣਾ ਕੇ ਆਪਣੇ ਤੌਰ ਤੇ ਉਹ ਪੂਜਾ ਉਪਾਸਨਾ ਕਰਦੇ ਆ। ਉਹਨਾਂ ਨੂੰ ਮੁਬਾਰਕ ਆ, ਉਹਨਾਂ ਦਾ ਧਰਮ ਆ, ਉਹਨਾਂ ਦਾ ਅਕੀਦਾ ਵਾ, ਉਹ ਕਰਨ। ਪਰ ਗੁਰੂ ਨਾਨਕ ਸਾਹਿਬ ਜਦੋਂ ਉੱਥੇ ਗਏ ਤੇ ਉਹਨਾਂ ਨੇ ਜਦੋਂ ਪੰਡਤਾਂ ਨੇ ਆਰਤੀ ਕੀਤੀ ਤੇ ਇਹ ਸਵਾਲ ਕੀਤਾ ਕਿ ਤੁਸੀਂ ਨਹੀਂ ਆਰਤੀ ਕਰ ਰਹੇ, ਤਾਂ ਉਹ ਕਹਿੰਦੇ ਕਿ ਮੇਰੇ ਪ੍ਰਮਾਤਮਾ ਦੀ ਜਿਹੜੀ ਆਰਤੀ ਆ ਉਹ ਪ੍ਰਮਾਤਮਾ ਮੇਰਾ ਬਹੁਤ ਵਿਸ਼ਾਲ ਆ ਤੇ ਮੇਰੇ ਵਿਸ਼ਾਲ ਪ੍ਰਮਾਤਮਾ ਦੀ ਜਿਹੜੀ ਬ੍ਰਹਿਮੰਡੀ ਆਰਤੀ ਆ ਉਹ ਨਿਰੰਤਰ ਹੋ ਰਹੀ ਆ। ਸਾਡੀ ਇਸ ਆਰਤੀ ਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਪਰ ਸਿੱਖਾਂ ਨੇ ਵੀ ਸ਼ਬਦ ਅਸੀਂ ਇਹੀ ਪੜ੍ਹਦੇ ਹਾਂ, ਗਗਨ ਮੈਂ ਥਾਲ, ਨਾਲ ਨਾਲ ਅਸੀਂ ਆਰਤੀ ਕਰ ਰਹੇ ਹੁੰਦੇ ਹਾਂ, ਘਿਓ ਦੇ ਦੀਵੇ ਬਾਲੇ ਹੁੰਦੇ ਆ, ਚਮਟੇ ਖੜਕਾ ਰਹੇ ਹੁੰਦੇ ਆ, ਟੱਲ ਵਜਾ ਰਹੇ ਹੁੰਦੇ ਆ। ਮੁਬਾਰਕ ਨੇ ਜਿਨ੍ਹਾਂ ਨੂੰ ਨਹੀਂ ਸਮਝੋ ਵਜਾਈ ਜਾਣ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੀ ਆਰਤੀ ਦਾ ਇਹ ਗੀਤ, ਜਿਹੜਾ ਇਹ ਸ਼ਬਦ ਲਿਖਿਆ ਨਾ, ਇਹ ਤੋਂ ਬਲਿਹਾਰ ਬਲਿਹਾਰ ਜਾਣ ਨੂੰ ਦਿਲ ਕਰਦਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਹੁਣ ਗੁਰੂ ਨਾਨਕ ਦੀ ਪਹੁੰਚ ਦੇਖੋ ਕਿ ਕਿਹੜੇ ਨੇ ਉਹਦੇ ਦੀਵੇ, ਕਿ ਸੂਰਜ ਤੇ ਚੰਦ। ਕਿਉਂਕਿ ਧਰਤੀ ਤੇ ਇਸ ਬ੍ਰਹਿਮੰਡ 'ਚ ਜੇ ਰੋਸ਼ਨੀ ਦੇ ਪ੍ਰਤੀਕ ਨੇ, ਸਭ ਤੋਂ ਵੱਡੇ ਪ੍ਰਤੀਕ ਨੇ ਤੇ ਉਹ ਸੂਰਜ ਤੇ ਚੰਦ ਨੇ। ਸਭ ਤੋਂ ਵੱਡੇ ਇਸ ਬ੍ਰਹਿਮੰਡ ਦੇ ਵਿੱਚ ਅਸੀਂ ਪ੍ਰਤੀਕ ਸੂਰਜ ਤੇ ਚੰਦ ਨੂੰ ਮੰਨਦੇ ਹਾਂ। ਪਰ ਜੇ ਤੁਸੀਂ, ਕਿਉਂਕਿ ਉਹ ਪ੍ਰਤੀਕ ਵਰਤੇ ਜਾਂਦੇ ਜਿਹੜੇ ਸਾਨੂੰ ਦਿਖਾਈ ਦਿੰਦੇ ਹੋਣ, ਤੇ ਜੇ ਤੁਸੀਂ ਕਿਤੇ ਬ੍ਰਹਿਮੰਡੀ ਪਸਾਰੇ ਨੂੰ ਥੋੜ੍ਹਾ ਜਿਹਾ ਪਿਛਲੇ ਦਿਨਾਂ ਖਬਰਾਂ 'ਚ ਪੜ੍ਹਿਆ ਹੋਵੇ ਤਾਂ ਤੁਸੀਂ ਹੈਰਾਨ ਹੋ ਜਾਓਗੇ। ਉਹ ਕਹਿੰਦੇ ਅਮਰੀਕਾ ਦੇ ਸਾਇੰਸਦਾਨਾਂ ਨੂੰ ਇੱਕ ਨਵੀਂ ਧਰਤੀ ਮਿਲੀ ਆ, ਇੱਕ ਨਵਾਂ ਤਾਰਾ ਮਿਲਿਆ ਵਾ ਜਿਹੜਾ ਧਰਤੀ ਦੇ ਬਹੁਤ ਨੇੜੇ ਆ। ਬਹੁਤ ਨੇੜੇ ਸ਼ਬਦ ਵਰਤਿਆ ਉੱਥੇ। ਤੇ ਕੀ ਕਿਹਾ? ਉਹ ਤਾਰਾ 27 ਲਾਈਟ ਈਅਰ, 27 ਲਾਈਟ ਈਅਰ ਧਰਤੀ ਤੋਂ ਦੂਰ ਆ। 27 ਲਾਈਟ ਈਅਰ ਦਾ ਮਤਲਬ ਇਹ ਆ ਕਿ ਜੇ ਲਾਈਟ ਜਿਹੜੀ ਆ 1 ਸੈਕਿੰਡ 'ਚ 1,86,000 ਕਿਲੋਮੀਟਰ ਦਾ ਸਫ਼ਰ ਕਰਦੀ ਆ, 1 ਮਿੰਟ 'ਚ ਕਿੰਨਾ ਕਰੂ, 1 ਘੰਟੇ 'ਚ ਕਿੰਨਾ ਕਰੂ, 1 ਦਿਨ 'ਚ ਕਿੰਨਾ ਕਰੂ, 1 ਸਾਲ 'ਚ ਕਿੰਨਾ ਕਰੂ, ਤੇ 26 ਸਾਲਾਂ 'ਚ ਕਿੰਨਾ ਸਫ਼ਰ ਤੈਅ ਕਰੂ, ਇੰਨੀ ਦੂਰ ਆ। ਤੇ ਪਤਾ ਕੀ ਲੱਗਾ ਜੇ? ਸਿਰਫ ਕਿ ਇੱਕ ਹੋਰ ਧਰਤੀ ਹੈਗੀ ਆ, ਉਹ ਧਰਤੀ ਦੇ ਨੇੜੇ ਆ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ। ਇਹ ਬ੍ਰਹਿਮੰਡ ਨਹੀਂ ਇਕੱਲਾ ਕਿ ਇੱਕ ਚੰਦ ਸੂਰਜ ਤਾਰੇ ਨੇ, ਕਰੋੜਾਂ ਬ੍ਰਹਿਮੰਡ ਨੇ, ਕਰੋੜਾਂ ਧਰਤੀਆਂ ਨੇ, ਅਰਬਾਂ ਖਰਬਾਂ ਗਲੈਕਸੀਆਂ ਨੇ। ਇੱਕ ਦਿਨ ਪੰਜਾਬੀ ਟ੍ਰਿਬਿਊਨ 'ਚ ਇੱਕ ਆਰਟੀਕਲ ਆਇਆ ਸੀ, ਉਹਦੇ ਵਿੱਚ ਬੜਾ ਇੰਟਰਸਟਿੰਗ ਜਿਹਾ ਸੀਨ ਉਹਨੇ ਪੇਸ਼ ਕੀਤਾ ਸੀ। ਸੰਖੇਪ ਦੇ ਵਿੱਚ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦਾ। ਕੋਈ ਪਾਦਰੀ ਗਿਆ ਇੱਥੋਂ ਸੰਸਾਰ ਤੋਂ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਤੇ ਜਾ ਕੇ ਕਹਿਣ ਲੱਗਾ ਕਿ ਮੈਂ ਹਜ਼ੂਰ ਬੜੇ ਚੰਗੇ ਕਰਮ ਕੀਤੇ ਨੇ। ਆਂਦੇ ਕਿੱਥੋਂ ਆਇਆ ਤੂੰ? ਆਂਦਾ ਜੀ ਮੈਂ ਧਰਤੀ ਤੋਂ ਆਇਆ। ਆਂਦਾ ਕਿਹੜੀ ਧਰਤੀ ਤੋਂ? ਆਂਦਾ ਜੀ ਜਿੱਥੇ ਸੂਰਜ ਚੰਦ ਤਾਰੇ ਨੇ। ਤੇ ਆਂਦਾ ਸੂਰਜ ਚੰਦ ਤਾਰੇ ਤੇ ਬਹੁਤ ਨੇ। ਮਤਲਬ ਡਾਇਲੌਗ ਬਹੁਤ ਵਧੀਆ ਦਰਸਾਇਆ। ਉਹ ਕਹਿੰਦਾ ਸੂਰਜ ਚੰਦ ਤਾਰੇ ਤੇ ਬਹੁਤ ਨੇ, ਤੂੰ ਕਿਹੜੇ ਚੋਂ ਆਇਆ? ਉਹ ਕਹਿੰਦਾ ਜੀ ਮੈਂ ਬ੍ਰਹਿਮੰਡ ਚੋਂ ਆਇਆ। ਆਂਦਾ ਕਿਹੜੇ ਬ੍ਰਹਿਮੰਡ ਚੋਂ? ਬ੍ਰਹਿਮੰਡ ਵੀ ਬਹੁਤ ਨੇ। ਆਂਦਾ ਜੀ ਮੈਂ ਉਸ ਗਲੈਕਸੀ ਚੋਂ ਆਇਆ ਜਿਹਨੂੰ ਮਿਲਕੀ ਵੇ ਕਹਿੰਦੇ ਆ। ਉਹਨੇ ਫਿਰ ਦੱਸਿਆ ਵੀ 200 ਖਰਬ ਗਲੈਕਸੀਆਂ ਨੇ। ਤੇ ਹੁਣ ਤੇਰਾ ਨਹੀਂ ਪਤਾ ਲੱਗਣਾ ਵੀ ਉਹ ਕਿਹੜੀ ਗਲੈਕਸੀ ਹੈਗੀ ਆ ਜਿੱਥੋਂ ਤੂੰ ਆਇਆ। ਉਹ ਕਹਿਣ ਲੱਗਾ ਭਾਈ ਮੈਨੂੰ ਮਾਫ ਕਰੋ, ਮੈਂ ਤਾਂ ਆਪਣੇ ਵੱਲੋਂ ਦੱਸਣ ਆਇਆ ਸੀ ਵੀ ਮੈਂ ਬੜੇ ਨੇਕ ਕੰਮ ਕਰਕੇ ਆਇਆ, ਮੇਰੀ ਤਾਂ ਇੱਥੇ ਕੋਈ ਹੋਂਦ ਹੀ ਨਹੀਂ ਹੈਗੀ, ਸਾਡੀ ਵੀ ਕੋਈ ਹੋਂਦ ਨਹੀਂ ਹੈਗੀ। ਇਸ ਬ੍ਰਹਿਮੰਡ ਦੇ ਵਿੱਚ ਅਸੀਂ ਕਿਤੇ ਵੀ ਸਟੈਂਡ ਨਹੀਂ ਕਰਦੇ। ਇੱਕੋ ਇੱਕ ਹੀ ਹਾਲ ਆ ਕਿ ਜੋ ਹੈਗੇ ਆ ਮਾਲਕ ਤੇਰੇ, ਆਪਣੇ ਆਪ ਨੂੰ ਸਮਰਪਿਤ ਕਰ ਦਿਓ। ਕਿਸੇ ਚੀਜ਼ ਦੀ ਹਉਮੈ ਨਾ ਕਰੋ ਕਿ ਮੈਂ ਬਹੁਤ ਵੱਡਾ ਹੋ ਗਿਆ। ਕੁਛ ਵੀ ਵੱਡਾ ਨਹੀਂ ਇਸ ਬ੍ਰਹਿਮੰਡ ਦੇ ਵਿੱਚ। ਮਾਲਕ ਦੇ ਸਨਮੁਖ ਅਸੀਂ ਕੀੜਿਆਂ ਨਾਲੋਂ ਵੀ ਬਹੁਤ ਬਹੁਤ ਥੱਲੇ ਆ। ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਦੱਸਿਆ
कि उस परमात्मा की जिहड़ी आरती आ वो सूरज चंद तारे कर रहे हैं। गगन में थाल रव चंद दीपक बने तारका मंडल जनक मोती धूप मल आन लो पवन चवरो करे। तुसी ना चवर करो, पवन चवरो करे। हवा जिहड़ी आ चवर कर रही है। हवा कदे रुकदी नहीं जी, हवा निरंतर चलती रहिंदी आ। हवा नूं असीं निरंतर महसूस कर सकते हैं, देख नहीं सकते, पर हवा निरंतर चौर कर रही है। तो फिर जिहड़ी सुगंधी आ वो ये नहीं आ रही, अगरबत्तियां की सुगंधी नहीं आ रही। मलियागर मलियागर कहा गया कि दखण दे विच जिहड़े उहदे पौधे ने जिन्हों कहते आप चंदन के दरख्त ने, वो मलियागर पहाड़ के होंगे ने। वो जिहड़ी सुगंधी आ चंदन के दरख्तों की वो कुदरती तौर पर धूफ का काम कर रही है। पवन चवरो करे सगल बनराए फलंत ज्योति। कैसी आरती होए पवखंडा तेरी आरती। किदां तेरी आरती असीं कर सकते हाँ? तेरी आरती तो ब्रह्मांड दे विच ऑलरेडी हो रही है। पवखंडा तेरी आरती अनता शब्द वजंत भेरी। सहस तव नैन नन नैन तोए को। वेखो कमाल कि गुरु नानक साहब कह रहे तेरिया हज़ारां ही अखां ने, तेरे हज़ारां ही नक ने, तेरे हज़ारां ही पैर ने। हज़ारां दा भाव गिनती च नहीं आ सकते, पर तेरा फिर भी कोई पैर नहीं। क्यों कि वह परमात्मा की जिहड़ी जोत आ वो सभे घट राम बोले करके हर जीव दे विच आ। साडियां जिहड़ियां अखां ने वो भी परमात्मा दियां ही अखां ने। साडे जिहड़े पैर ने ये भी परमात्मा दे पैर ने। इसे करके सानूं आनंद साहब च दृढ़ करवाया गया ना कि अखां दा धर्म भी दस्सिया गया, कन्नां दा धर्म भी दस्सिया गया, जीव का धर्म भी दस्सिया गया कि जीव ने की करना, कन्ना ने की करना, अखां ने की करना। फिर ये सहस तव नैन नैन तो एक वो सहस मूर्त नना एक तो ही। तेरिया हज़ारां मूर्तां ने पर फिर भी तेरी कोई मूर्त नहीं, तेरा कोई आकार नहीं, तेनों असीं निरंकार कह रहे हैं। कारण की आ कि वो आप परमात्मा जोनी विच नहीं आउंदा। फिर सहस पद बिमल नन एक पद गंध बिन सहस तव गंध दे चलत मोही। सब में जोत जोत है सोए तिस दे चानण सब में चानण होए। ये तत्त सार दी पंक्ति आ। सब में जोत जोत है सोए तिस दे चानण सब में चानण होए। कोई माड़ा नहीं जे, कोई चंगा नहीं जे, कोई हिंदू नहीं, कोई मुसलमान नहीं, कोई सिख नहीं, कोई पारसी नहीं, सारियां दे विच उस परमात्मा की जोत व्यापक जे। हर जीव दे विच संसार दे हर कण दे विच वो ब्रह्मंडी जोत जिहड़ी आ वो पसर रही आ। इस करके मंदा किसी नूं नहीं कहना, भला 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 तेरा रूप ही कह के गुजारा करना। सब में जोत जोत है सोए तिस दे चानण सब में चानण होए। गुरसाखी जोत प्रगट होए जोत सुभाव है सो आरती होए। चरण कमल मकरंद लोभत मनो अंदनो मोही आसी आई प्यासा। कृपा जल दे नानक सारंग को होए जाते तेरे नाए वासा। फिर आखिरी शब्द दे विच चौथे शब्द जिहड़ा राग गौड़ी पूर्वी महला चौथा काम क्रोध नगर बो भरिया मिल साधु खंडल खंडा है। ये भी सानू यही उपदेश दिता गया कि की करेगा, किस तरह तू इन्हां विकारां ते जित प्राप्त कर सकदा। काम क्रोध नगर बो भरिया मिल साधु खंडल खंडा है। पूर्व लिखत लिखे गुर पाया मिल हरले मंडल मंडा है। कर साधु अंजलि पुन वड्डा है। कर डंडौत पुन वड्डा है। अंजलि हुंदी आ हत्थां नूं जोड़ के नमस्कार करनी। डंडौत करनी कि लम्मे पै के एक ढंग सी कि लम्मे पै के अपने आप नूं भाव यह आ कि अपने आप नूं गुरु नूं समर्पित कर दिओ। अपने आप की होंद तो या सास तो सुतंत्र हो जाओ कि मैं गुरु नूं अपना आप भेंट कर चुका। कर डंडौत पुन वड्डा है राहो। साकत हर रस साध ना जानिया तिन अंतर हउमे कंडा है। साकत हुंदा जिहड़ा माया का पुजारी है। माया का पुजारी है। माया का अर्थ केवल इत्थे ये नहीं कि जिहड़ा असीं रुपये नोट सोना चांदी देखते हैं। माया का पुजारी जिहड़ा अज्ञानता का पुजारी भी है। जिहड़ा अज्ञानता दे विच आ हनेरे च आ वो भी साकत आ। ते साकत नूं फिर कंडा जिहड़ा चुभदा वा। कर डंडौत पुन वड्डा है राहो। साकत हारा साधना जानिया तिन अंतर हउमे कंडा है।
माया का जिहड़ा पुजारी आ ज्ञानी मनुष्य आ उहनूं हर रस का पता नहीं। ज्यों ज्यों चले चुभे दुख पावै जम काल सहे सिर डंडा है। ज्यों ज्यों असीं अज्ञानता दे विच जाते हैं असीं ज़्यादा अज्ञानी हुंदे जाने हैं तो उहदा सानूं जिहड़ा नुकसान ही नुकसान हुंदा। ज्यों ज्यों चले चुभे दुख पावै जम काल सहे सिर डंडा है। हर जन हारा नाम समाणे दुख जन्म मरण पव खंडा है। अविनाशी पुरख पाया परमेश्वर बहु सोभ खंड ब्रह्मंडा है। हम गरीब मस्कीन प्रभ तेरे हर राख राख वड वड्डा है। जन नानक नाम आधार टेकै हर नामे ही सुख मंडा है। अविनाशी पुरख जिहदा कदे नाश नहीं हुंदा, जदों उसकी प्राप्ति हो जाती है फिर साडी अज्ञानता दूर हो जाती है। फिर सानूं एहसास हो जाता कि परमात्मा की जोत सर्व व्यापक है। राग गौड़ी पूर्वी महला पंजवां। करूँ बेनती सुनो मेरे मीता संत टहल की बेला। मैं बेनती करदा अरदास करदा मेरी सुन लवो। की बेनती आ कि ये जिहड़ा समां वा साडा सेवा ते सिमरन दा समां वा, साडा विचारन दा समां वा। करूँ बेनती सुनो मेरे मीता संत टहल की इहाँ खाट चलो हर लाहा आगे बसन सुहेला। इहाँ खाट चलो हर लाहा आगे बसन सुहेला। जिन्हां विद्यार्थियों ने साल भर मेहनत की होगी एग्जाम दे विच उही सफल होणगे। इहाँ खाट चलो इस समय हुण तुसीं जिहड़ा नेक काम करोगे उहदा फल जिहड़ी मेहनत मशक्कत करोगे उहदा फल तुहानूं मिलेगा। इहाँ खाट चलो हर लाहा आगे बसन सहेला है। औद घटै दिन सुरैना रे मन गुर मिल काज सवारे। हर पल हर दिन हर रात साडी जिहड़ी उम्र आ वो घट रही आ। गुरु नूं मिल के तू अपना जन्म सवार ला रहा हो। ये संसार बेकार संशय में तरियो ब्रह्म ज्ञानी जिसे जगाए प्याए ये रस अकथ कथा तिन जानी। जिहदे उत्ते गुरु नदर कर दिंदा बख्शिश कर दिंदा उहनूं फिर इहदी समझ आ जांदी आ। ये संसार फिर उहदे लई बेकार नहीं रहिंदा। ये संसार भी परमात्मा दा रूप प्रगट हो जांदा। जाको आए सोई बिहाजो हर गुरते मने बसेरा। निज घर महल पावो सुख सहजे बोर ना होए गो फेरा। निज घर परमात्मा दा दर घर, परमात्मा नाल तुहाडा मिलाप हो जाएगा। लड़की का विआह होएगा, लड़की अपने पति परमेश्वर के घर चले जाएगी, उन्होंने अपने पति रूपी परमेश्वर की प्राप्ति हो जाएगी। निश्चल घर जिहड़ा वो प्राप्त हो जाएगा। इस निश्चल घर की अरदास दे नाल कि सतगुरु सच्चे पातशाह असीं सौण लगे हाँ, सौण वेले तेरी सिफत सलाह का जिहड़ा गीत आ ये बाणी पढ़ के असीं सौ रहे हाँ। साडा जिहड़ा आउण वाला समां वा ਉਹ ਸੁਹਾਵਣਾ ਹੋਵੇ, ਸੁਖ ਭਰਪੂਰ ਹੋਵੇ। ਇਸ ਅਰਦਾਸ ਦੇ ਨਾਲ ਹੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੁਹੇਲਾ ਬਾਣੀ ਵੇ ਆਫ ਲਾਈਫ ਜੀਵਨ ਜਾਚ ਦੀ ਗੱਲ ਕਰਦਾ। ਇੱਕ ਇੰਗਲਿਸ਼ ਵਿੱਚ ਇੱਕ ਕਿਤਾਬ ਲਿਖੀ ਸੀ ਕਿਸੇ ਨੇ, ਹਾਊ ਟੂ ਬਿਕਮ ਐ ਆਈਡੀਅਲ ਹਿਊਮਨ ਬੀਇੰਗ, और इसका विमोचन करवाया सी क्रिश्चियंस दे जिहड़े पोप ने। उन्हें सारी किताब पढ़ के पहले सफ़े ते 2 लाइनां लिख दित्तियां सी कि जे तू चंगा इंसान बनना है तो 2 गल्लां कदी भुल्ली ना और 2 गल्लां हमेशा याद रखें, अपनी नेकी और दूसरे की बदी। ये तू कदी याद नहीं रखनियां। और ਜਿਹੜੀਆਂ 2 ਗੱਲਾਂ हमेशा याद रखियां उस परमात्मा की होंद ते मौत। यही परमात्मा की होंद और अपनी याद जिहड़ी रखनी है, यही सारी सुहेला बाणी की इस विच गल है। सैल्फ रियलाइजेशन की गल है। कहते ना कि लाइफ अनएग्जामिनड इज़ लाइफ वेस्टेड। तो कहता है कि रब्बा मैनू सुख देई, पर इसलिए नहीं कि मेरी इच्छा है, इसलिए कि तेरी रज़ा होवे। ये सोहला बाणी की गल है।